ਹੈਰਾਨੀਜਨਕ ਗੱਲ ਇਹ ਹੈ ਕਿ ਭਾਰਤ ਦੁਨੀਆ ਦਾ ਇੱਕੋ ਇੱਕ ਅਜਿਹਾ ਦੇਸ਼ ਹੈ ਜਿੱਥੇ ਰੱਬ ਦੀ ਸ਼ਕਲ ਵਿੱਚ ਔਰਤ ਦੀ ਪੂਜਾ ਵੀ ਕੀਤੀ ਜਾਂਦੀ ਹੈ। 1991 ਵਿੱਚ ਨਿਕੋਲਸ ਕ੍ਰਿਸਟੋਫ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਸੀ ਕਿ ਭਾਰਤ ਵਿੱਚ ਅੰਦਾਜ਼ਨ 30 ਮਿਲੀਅਨ ਕੁੜੀਆਂ ਮਾਰੀਆਂ ਜਾ ਚੁੱਕੀਆਂ ਸਨ। ਆਰ.ਜੇ. ਰੂਮਲ ਨੇ ਆਪਣੀ ਕਿਤਾਬ ਡੈਥ ਬਾਈ ਗਵਰਨਮੈਂਟ ਵਿੱਚ ਲਿਖਿਆ ਹੈ ਕਿ ਗ੍ਰੀਕ ਵਿੱਚ ਈਸਾ ਮਸੀਹ ਤੋਂ 200 ਸਾਲ ਪਹਿਲਾਂ ਇੰਨੀਆਂ ਕੁੜੀਆਂ ਮਾਰੀਆਂ ਜਾਣ ਦਾ ਜ਼ਿਕਰ ਹੈ ਕਿ ਡੈਲਫੀ ਵਿੱਚ ਰਹਿ ਰਹੇ 6000 ਟੱਬਰਾਂ ਵਿੱਚੋਂ ਸਿਰਫ 1% ਟੱਬਰਾਂ ਕੋਲ ਹੀ ਕੁੜੀਆਂ ਬਚੀਆਂ ਸਨ। ਹੋਰ ਆਸ-ਪਾਸ ਦੇ 79 ਟੱਬਰਾਂ ਵਿੱਚ 28 ਕੁੜੀਆਂ ਦੇ 118 ਮੁੰਡੇ ਸਨ। ਹਿੰਦੁਸਤਾਨ ਵਿੱਚ 19ਵੀਂ ਸਦੀ ਬਾਰੇ ਦੱਸਦਿਆਂ ਰੂਮਲ ਲਿਖਦਾ ਹੈ ਕਿ ਸਖਤ ਜਾਤ-ਪਾਤ ਕਾਰਨ ਜੰਮਦੇ ਸਾਰ ਕੁੜੀਆਂ ਨੂੰ ਮਾਰਨ ਦਾ ਰੁਝਾਨ ਇੰਨਾ ਜ਼ਿਆਦਾ ਸੀ ਕਿ ਬਹੁਤ ਸਾਰੇ ਪਿੰਡ ਅਜਿਹੇ ਸਨ ਜਿਨ੍ਹਾਂ ਵਿੱਚ ਇੱਕ ਵੀ ਕੁੜੀ ਨਹੀਂ ਸੀ ਜੰਮਣ ਦਿੱਤੀ ਗਈ। ਇਨ੍ਹਾਂ ਪਿੰਡਾਂ ਦੇ ਆਸ-ਪਾਸ ਜਿਹੜੇ 30 ਹੋਰ ਪਿੰਡ ਸਨ ਉਹਨਾਂ ਵਿੱਚ 343 ਮੁੰਡੇ ਤੇ 54 ਕੁੜੀਆਂ ਸਨ। 1834 ਵਿੱਚ ਮੁੰਬਈ ਵਿੱਚ ਇਹ ਹਾਲ ਹੋ ਗਿਆ ਸੀ ਕਿ ਪੂਰੇ ਮੁੰਬਈ ਵਿਚਲੀਆਂ ਕੁੜੀਆਂ ਦੀ ਗਿਣਤੀ ਕੁੱਲ 603 ਹੀ ਰਹਿ ਗਈ ਸੀ। ਰੂਮਲ ਨੇ ਤਾਂ ਇੰਨੇ ਕਤਲ ਵੇਖਦੇ ਹੋਏ ਭਾਵੁਕ ਹੋ ਕੇ ਇਹ ਵੀ ਲਿਖਿਆ ਹੈ ਕਿ ਮੇਰੇ ਹਿਸਾਬ ਨਾਲ ਤਾਂ ਕਿਸੇ ਵੀ ਵੱਡੇ ਤੋਂ ਵੱਡੇ ਘੱਲੂਘਾਰੇ ਤੋਂ ਵੱਧ ਕਤਲ ਨਵਜੰਮੀਆਂ ਬੱਚੀਆਂ ਦੇ 1 ਸਾਲ ਵਿੱਚ ਹੋ ਜਾਂਦੇ ਹਨ। ਇਸੇ ਤਰ੍ਹਾਂ ਥਾਮਸ ਨੇ 1714 ਵਿੱਚ ਸਮੁੰਦਰੀ ਕਪਤਾਨ ਵਜੋਂ ਜਦੋਂ ਨਵਜੰਮੀਆਂ ਕੁੜੀਆਂ ਦੀਆਂ ਲਾਸ਼ਾਂ ਨਾਲ ਗਟਰ ਭਰੇ ਵੇਖੇ ਤਾਂ ਅਤੇ ਰੂੜੀਆਂ ਵਿੱਚ ਵੱਡੀਆਂ ਟੁਕੀਆਂ ਨਵਜੰਮੀਆਂ ਬੱਚੀਆਂ ਦੀਆਂ ਲਾਸ਼ਾਂ ਦੇ ਢੇਰ ਵੇਖੇ ਤਾਂ ਉਸ ਦਾ ਦਿਲ ਰੋ ਉੱਠਿਆ ਤੇ ਉਸਨੇ ਇੰਗਲੈਂਡ ਵਿੱਚ ਇੱਕ ਹਸਪਤਾਲ ਖੋਲ੍ਹਿਆ ਜਿਸ ਵਿੱਚ ਗਲੀਆਂ ਵਿੱਚ ਠੰਡ ਵਿੱਚ ਮਰਨ ਲਈ ਸੁੱਟੀਆਂ ਕੁੜੀਆਂ ਨੂੰ ਪਾਲਣ ਪੋਸ਼ਣ ਦਾ ਪ੍ਰਬੰਧ ਕੀਤਾ ਗਿਆ। ਚੀਨ ਤੇ ਇਟਲੀ ਵਿੱਚ ਵੀ ਉਸ ਸਮੇਂ 50% ਤੋਂ ਵੱਧ ਕੁੜੀਆਂ ਕੂੜੇ ਦੇ ਢੇਰ ਜਾਂ ਨਾਲੀਆਂ ਵਿੱਚ ਸੁੱਟੀਆਂ ਜਾ ਰਹੀਆਂ ਸਨ। ਲੰਡਨ ਵਿੱਚ 1894 ਵਿੱਚ ਮਾਪਿਆਂ ਨੇ ਨਵਾਂ ਤਰੀਕਾ ਆਜ਼ਾਦ ਕਰਕੇ ਬੱਚੀ ਦਾ ਮੂੰਹ ਨੱਕ ਸਰਾਣੇ ਥੱਲੇ ਕੁੱਟ ਕੇ ਸੁੱਤਿਆਂ ਨੂੰ ਹੀ ਮਾਰ ਮੁਕਾਇਆ। ਇਸ ਤਰ੍ਹਾਂ 1000 ਕੇਸ ਤਾਂ ਰਿਕਾਰਡ ਵਿੱਚ ਆਏ ਪਰ ਬਾਕੀ ਲੁਕ ਛਿਪ ਕੇ ਚੱਲਦੇ ਰਹੇ। ਸਟੀਵਨ ਮੋਸ਼ਰ ਨੇ 1998 ਵਿੱਚ ਦੱਸਿਆ ਕਿ ਕਿਵੇਂ ਪੁਰਾਣੇ ਸਮਿਆਂ ਵਿੱਚ ਚੀਨ ਵਿੱਚ ਬੱਚਾ ਜੰਮਣ ਵੇਲੇ ਮਾਂ ਦੇ ਨਾਲ ਹੀ ਇੱਕ ਠੰਡੇ ਪਾਣੀ ਦੀ ਬਾਲਟੀ ਰੱਖ ਦਿੱਤੀ ਸੀ। ਜੇ ਮੁੰਡਾ ਜੰਮਦਾ ਤਾਂ ਮਾਂ ਦੀ ਛਾਤੀ ਨਾਲ ਲਾ ਦਿੱਤਾ ਜਾਂਦਾ ਸੀ ਪਰ ਜੇ ਕੁੜੀ ਜੰਮਦੀ ਤਾਂ ਉਹ ਮਾਂ ਨੂੰ ਵਿਖਾਏ ਬਗੈਰ ਪਾਣੀ ਦੀ ਬਾਲਟੀ ਵਿੱਚ ਡੁਬੋ ਕੇ ਰੱਖ ਦਿੱਤੀ ਜਾਂਦੀ ਤੇ ਫਿਰ ਬਾਹਰ ਨਾਲੀ ਵਿੱਚ ਉਸ ਦੀ ਲਾਸ਼ ਸੁੱਟ ਦਿੱਤੀ ਜਾਂਦੀ ਸੀ। ਇਹ ਪ੍ਰਥਾ ਇੰਨੀ ਜ਼ਿਆਦਾ ਪ੍ਰਚਲਿਤ ਸੀ ਕਿ ਇਸ ਨੂੰ ਰੋਕਣ ਲਈ 1943 ਵਿੱਚ ਸਰਕਾਰੀ ਕਾਨੂੰਨ ਬਣਾਉਣਾ ਪੈ ਗਿਆ ਸੀ। ਮਿਲਨਰ ਨੇ ਅਜਿਹਾ ਕੁਝ ਭਾਰਤ ਦੇ ਅੰਦਰ ਵਾਪਰਦਾ ਦੱਸਿਆ। ਫਰਕ ਸਿਰਫ ਇੰਨਾ ਸੀ ਕਿ ਭਾਰਤ ਵਿੱਚ ਪਾਣੀ ਦੀ ਬਜਾਏ ਦੁੱਧ ਦੀ ਬਾਲਟੀ ਰੱਖੀ ਜਾਂਦੀ ਸੀ ਤੇ ਇਸ ਤਰ੍ਹਾਂ ਨਵ ਜੰਮੀਆਂ ਬੱਚੀਆਂ ਦੇ ਕਤਲਾਂ ਨੂੰ ਦੁੱਧ ਪਿਆਉਣ ਦੇ ਨਾਂ ਦੇ ਦਿੱਤਾ ਗਿਆ ਸੀ। ਕੁਝ ਮਾਪੇ ਜਾਂ ਦਾਈਆਂ ਅਫੀਮ, ਸ਼ਰਾਬ ਜਾਂ ਹੋਰ ਜ਼ਹਿਰੀਲੇ ਪਦਾਰਥ ਚਟਾ ਕੇ ਬੱਚੀ ਦੇ ਸੰਗ ਅੰਦਰ ਉਬਲਦਾ ਪਾਣੀ ਧੱਕ ਦਿੰਦੇ ਸਨ। ਅਮਰੀਕਾ ਤੇ ਇੰਗਲੈਂਡ ਵਿੱਚ 18ਵੀਂ ਸਦੀ ਦੇ ਅੰਤ ਤੱਕ ਝਟਕਾ ਤਰੀਕਾ ਵਰਤਿਆ ਜਾਂਦਾ ਸੀ। ਇਸ ਵਿੱਚ ਨਵਜੰਮੀ ਬੱਚੀ ਨੂੰ ਰੀੜ੍ਹ ਦੀ ਹੱਡੀ ਤੋਂ ਫੜ ਕੇ ਜ਼ੋਰ ਦੀ ਝਟਕੇ ਦੇ ਕੇ ਉਸਦੇ ਮਣਕੇ ਤੋੜ ਦਿੱਤੇ ਜਾਂਦੇ ਸਨ ਤੇ ਸਿਰ ਅੰਦਰ ਲਹੂ ਚਲਾ ਜਾਣ ਕਾਰਨ ਬੱਚੀ ਦੀ ਮੌਤ ਹੋ ਜਾਂਦੀ ਸੀ। ਅਜਿਹੀਆਂ ਬੱਚੀਆਂ ਦੀਆਂ ਲਾਸ਼ਾਂ ਨੂੰ ਅੰਗੀਠੀ ਵਿੱਚ ਸੁੱਟ ਦਿੱਤਾ ਜਾਂਦਾ ਸੀ ਜਾਂ ਥੈਲੇ ਵਿੱਚ ਬੰਨ੍ਹ ਕੇ ਕੰਧ ਦੇ ਕਿਸੇ ਕਿੱਲੇ ਉੱਤੇ ਟੰਗ ਦਿੱਤਾ ਜਾਂਦਾ ਸੀ ਜਾਂ ਘਰ ਦੇ ਬਾਹਰ ਨਾਲੀ ਵਿੱਚ ਕਿਸੇ ਕੁੱਤੇ ਦੇ ਖਾਣ ਲਈ ਸੁੱਟ ਦਿੱਤਾ ਜਾਂਦਾ ਸੀ। ਡੀ ਮੌਜ਼ ਨੇ ਇਹ ਸਾਰਾ ਕੁਝ ਵੇਖ ਕੇ ਇਸ ਬਾਰੇ ਲਿਖਿਆ ਵੀ ਸੀ ਤੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਜਿੰਨੇ ਕਤਲ ਨਵਜੰਮੀਆਂ ਬੱਚੀਆਂ ਦੇ ਵੇਖੇ ਗਏ ਉਸ ਹਿਸਾਬ ਨਾਲ 18ਵੀਂ ਸਦੀ ਵਿੱਚ ਲਗਭਗ ਅੱਧੀ ਮਨੁੱਖ ਜਾਤੀ ਤਾਂ ਜ਼ਰੂਰ ਖਤਮ ਹੋ ਗਈ। ਇੰਨੇ ਕਤਲ ਵੇਖਦੇ ਹੋਏ ਲਗਭਗ ਹਰ ਧਰਮ ਵਿੱਚੋਂ ਆਵਾਜ਼ ਉੱਠਣੀ ਸ਼ੁਰੂ ਹੋਈ ਕਿ ਇਹ ਕਤਲ ਬੰਦ ਹੋ ਜਾਣੇ ਚਾਹੀਦੇ ਹਨ। ਪਰ ਲੋਕ ਤਾਂ ਟਸ ਤੋਂ ਮਸ ਨਹੀਂ ਹੋਏ ਤੇ ਬਸ ਇੰਨਾ ਹੀ ਫਰਕ ਪਿਆ ਕਿ ਇਹ ਕਤਲ ਲੁਕ ਛਿਪ ਕੇ ਹੋਣੇ ਸ਼ੁਰੂ ਹੋ ਗਏ ਪਰ ਬੰਦ ਨਾ ਕੀਤੇ ਜਾ ਸਕੇ। ਕੁੜੀਆਂ ਦੀ ਜ਼ਿਆਦਾ ਘਟਦੀ ਗਿਣਤੀ ਕਾਰਨ ਪੁਰਾਣੇ ਸਮਿਆਂ ਵਿੱਚ ਕੁਝ ਗਿਰੋਹ ਸਰਗਰਮ ਹੋ ਗਏ ਸਨ ਜਿਨ੍ਹਾਂ ਨੇ ਮਰਨ ਲਈ ਬਾਹਰ ਠੰਡ ਵਿੱਚ ਸੁੱਟੀਆਂ ਕੁੜੀਆਂ ਜਾਂ ਕੂੜੇ ਦੇ ਢੇਰ ਉੱਤੇ ਸੁੱਟੀਆਂ ਕੁੜੀਆਂ ਚੁੱਕ ਕੇ ਪਾਲਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਨੂੰ ਕੁਝ ਕੁ ਵੱਡੀਆਂ ਕਰਕੇ ਉਹਨਾਂ ਨੂੰ ਜਿਸਮ ਫਰੋਸ਼ੀ ਦੇ ਧੰਦੇ ਵਿੱਚ ਧੱਕ ਕੇ ਗਿਰੋਹ ਦੇ ਮੈਂਬਰਾਂ ਨੇ ਆਪਣੀ ਰੋਜ਼ੀ ਰੋਟੀ ਦਾ ਸਾਧਨ ਬਣਾ ਲਿਆ ਸੀ। ਕੁਝ ਨਾਬਾਲਗ ਕੁੜੀਆਂ ਗੁਲਾਮ ਬਣਨ ਲਈ ਵੇਚੀਆਂ ਜਾਂਦੀਆਂ ਸਨ। ਜੇ ਅੱਜ ਦੇ ਯੁੱਗ ਵਿੱਚ ਝਾਤ ਮਾਰੀਏ ਤਾਂ ਜਿੰਨਾ ਕਾਂਡ ਔਰਤ ਜ਼ਾਤ ਦਾ ਅਲਟਰਾਸਾਊਂਡ ਨੇ ਕੀਤਾ ਹੈ ਉਸ ਦੀ ਕੋਈ ਮਿਸਾਲ ਨਹੀਂ। ਪੁਰਾਣੇ ਸਮਿਆਂ ਵਾਂਗ ਜੰਮਣ ਤੋਂ ਬਾਅਦ ਮਾਰਨ ਵਿੱਚ ਵੀ ਕਿਸੇ ਪਾਸੇ ਕੋਈ ਰੋਕ ਨਹੀਂ ਲੱਗੀ ਦਿਸਦੀ। ਪਹਿਲਾਂ ਅਮਰੀਕਾ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ। 20ਵੀਂ ਸਦੀ ਵਿੱਚ ਟੈਕਸਾਸ ਵਿੱਚ ਨਹਾਉਣ ਵਾਲੇ ਟੱਬ ਵਿੱਚ ਡੁਬੋ ਕੇ ਬੱਚੀਆਂ ਨੂੰ ਮਾਰਨ ਦੀਆਂ ਖਬਰਾਂ ਛਪੀਆਂ ਅਤੇ ਨਸ਼ੇ ਦੀਆਂ ਗੋਲੀਆਂ ਘੋਲ ਕੇ ਪਿਆ ਕੇ ਮਾਰਨ ਦੇ ਕਿੱਸੇ ਵੀ ਛਪੇ।
ਸੰਗ ਘੋਟ ਕੇ ਮਾਰਨ ਦਾ ਕੰਮ ਵੀ ਚਾਲੂ ਰਿਹਾ ਤੇ ਸਿਰਹਾਣੇ ਥੱਲੇ ਦੱਬ ਕੇ ਮਾਰਨ ਦਾ ਵੀ, ਜਿਸ ਨੂੰ ਡਾਕਟਰਾਂ ਵੱਲੋਂ ਨਵ ਜੰਮੀ ਬੱਚੀ ਦੇ ਮਰਨ ਦਾ ਕਾਰਨ ਹੀ ਨਾ ਲੱਭੇ ਜਾਣ ਦੀ ਕੋਈ ਵੱਖਰੀ ਬਿਮਾਰੀ ਹੀ ਸਮਝ ਲਈ ਗਈ ਕਿ ਕਿਸੇ ਅਣਜਾਣ ਬਿਮਾਰੀ ਕਾਰਨ ਸੁੱਤੀ ਬੱਚੀ ਦੀ ਅਚਾਨਕ ਮੌਤ ਹੋ ਜਾਇਆ ਕਰਦੀ ਹੈ। 1990 ਤੋਂ 2003 ਤੱਕ ਤਾਂ ਕੁੜੀਆਂ ਨੂੰ ਕੂੜੇ ਦੇ ਢੇਰ ਉੱਤੇ ਸੁੱਟਣ ਦਾ ਦ੍ਰਿਸ਼ ਇੰਨਾ ਆਮ ਸੀ ਕਿ ਅਮਰੀਕਾ ਵਿੱਚ ਅਜਿਹੀਆਂ ਮਾਵਾਂ ਨੂੰ ਟਰੈਸ਼ ਕੈਨ ਮੌਮਸ ਦਾ ਨਾਂ ਦਿੱਤਾ ਗਿਆ ਸੀ। ਅਮਰੀਕਨ ਅਣਵਿਆਹੀਆਂ ਨਾਬਾਲਗ ਮਾਵਾਂ ਆਮ ਹੀ ਆਪਣੇ ਬੱਚੇ, ਕੁੜੀ ਹੋਵੇ ਭਾਵੇਂ ਮੁੰਡਾ, ਕੂੜੇਦਾਨ ਵਿੱਚ ਸੁੱਟ ਦਿੰਦੀਆਂ ਸਨ। ਕਈ ਬੱਚਿਆਂ ਦਾ ਅੱਧਾ ਗਲਾ ਕੱਟ ਕੇ ਕੂੜੇ ਦੇ ਲਿਫਾਫੇ ਵਿੱਚ ਪਾ ਕੇ ਸੜਕ ਕਿਨਾਰੇ ਰੱਖ ਦਿੱਤਾ ਜਾਂਦਾ ਸੀ ਕਿ ਆਪੇ ਹੀ ਹੌਲੀ-ਹੌਲੀ ਲਹੂ ਚੱਲ ਕੇ ਬੱਚਾ ਮਰ ਜਾਏਗਾ। 1995 ਵਿੱਚ ਅਮਰੀਕਾ ਵਿੱਚ ਬੱਚਿਆਂ ਦੇ ਹੱਕਾਂ ਪ੍ਰਤੀ ਆਵਾਜ਼ ਚੁੱਕਦੇ ਹੋਏ ਦੱਸਿਆ ਗਿਆ ਕਿ ਲੱਖਾਂ ਬੱਚੇ ਹਰ ਸਾਲ ਇਸ ਤਰ੍ਹਾਂ ਮਾਰੇ ਜਾ ਰਹੇ ਹਨ ਤੇ ਇਸ ਉੱਤੇ ਰੋਕ ਲੱਗਣੀ ਜ਼ਰੂਰੀ ਹੈ। FBI ਕ੍ਰਾਈਮ ਰਿਪੋਰਟ ਵਿੱਚ ਵੀ ਦੱਸਿਆ ਗਿਆ ਹੈ ਕਿ ਸ਼ੇਕਨ ਬੇਬੀ ਸਿੰਡਰੋਮ ਯਾਨੀ ਝਟਕੇ ਦੇ ਕੇ ਮਾਰਨ ਦਾ ਸਿਲਸਿਲਾ ਹਾਲੇ ਜਾਰੀ ਹੈ। 1997 ਵਿੱਚ ਉੱਥੇ 700 ਅਜਿਹੇ ਕੇਸ ਵੇਖਣ ਵਿੱਚ ਆਏ। ਖੋਜ ਨੇ ਦੱਸਿਆ ਕਿ ਜੰਮਣ ਤੋਂ ਇੱਕ ਹਫ਼ਤੇ ਦੇ ਵਿੱਚ ਬੱਚਾ ਮਾਰਨ ਦਾ ਕੰਮ ਜ਼ਿਆਦਾਤਰ ਮਾਵਾਂ ਕਰਦੀਆਂ ਸਨ, ਪਰ ਕੁਝ ਵੱਡਾ ਹੋ ਜਾਣ ਉੱਤੇ ਮਾਰਨ ਦਾ ਕੰਮ ਸਿਰਫ ਪਿਓ ਦਾ ਹੁੰਦਾ ਸੀ। ਰਿਪੋਰਟ ਅਨੁਸਾਰ 1983 ਵਿੱਚ ਅਮਰੀਕਾ ਵਿੱਚ 600 ਤੋਂ ਉੱਪਰ ਬੱਚੇ ਮਾਪਿਆਂ ਵੱਲੋਂ ਮਾਰੇ ਗਏ, ਜਿਨ੍ਹਾਂ ਵਿੱਚ 90% ਕੁੜੀਆਂ ਸਨ। ਕੈਨੇਡਾ ਵਿੱਚ 1964 ਤੋਂ 1968 ਤੱਕ 114 ਕੇਸ ਮਾਪਿਆਂ ਵੱਲੋਂ ਕੁੜੀ ਨੂੰ ਗਲੋਂ ਲਾਉਣ ਲਈ ਮਾਰਨ ਦੇ ਮਿਲੇ। 2009 ਵਿੱਚ ਟੈਕਸਾਸ ਵਿੱਚ ਮਜਬੂਰਨ ਇਹ ਕਾਨੂੰਨ ਬਣਾਉਣਾ ਪਿਆ, ਜੇ ਮਾਂ ਨਵਜੰਮੇ ਬੱਚੇ ਨੂੰ ਸਿਰਹਾਣੇ ਥੱਲੇ ਰੱਖ ਕੇ ਮਾਰਦੀ ਹੈ ਤਾਂ ਉਸ ਦੀ ਮੌਤ ਦਾ ਕੁਦਰਤੀ ਕਾਰਨ ਨਹੀਂ ਲੱਭਿਆ ਜਾਂਦਾ ਤਾਂ ਕਤਲ ਹੀ ਗਿਣਿਆ ਜਾਵੇਗਾ ਅਤੇ ਉਸ ਦੀ ਸਜ਼ਾ ਘੱਟੋ ਘੱਟ 2 ਸਾਲ ਦੀ ਜੇਲ੍ਹ ਤਾਂ ਜ਼ਰੂਰ ਮਿਲੇਗੀ। ਜਦੋਂ ਬੱਚੇ ਮਾਰਨ ਦੀ ਵੱਖੋ ਵੱਖਰੇ ਦੇਸ਼ਾਂ ਵਿੱਚ ਗਿਣਤੀ ਕੀਤੀ ਗਈ ਤਾਂ 1 ਤੋਂ 14 ਸਾਲ ਦੇ ਬੱਚੇ ਮਾਰਨ ਵਿੱਚ ਦੁਨੀਆ ਭਰ ਵਿੱਚੋਂ ਅਮਰੀਕਾ ਚੌਥੇ ਨੰਬਰ ਉੱਤੇ ਸੀ। 1 ਸਾਲ ਤੋਂ ਛੋਟੇ ਬੱਚੇ ਮਾਰਨ ਵਿੱਚ 11ਵੇਂ ਨੰਬਰ ਉੱਤੇ। 1990 ਤੋਂ ਬਾਅਦ ਚੀਨ ਵਿੱਚ ਤਾਂ ਲੋਕਾਂ ਨੇ ਯੰਗਜ਼ੇ ਨਦੀ ਦਾ ਕੁਝ ਹਿੱਸਾ ਨਵਜੰਮੀਆਂ ਬੱਚੀਆਂ ਦੀਆਂ ਲਾਸ਼ਾਂ ਨਾਲ ਇੰਨਾ ਭਰ ਛੱਡਿਆ ਕਿ ਸਰਕਾਰ ਨੂੰ ਬਦੋ-ਬਦੀ ਇਸ ਗੱਲ ਉੱਤੇ ਰੋਕ ਲਾਉਣੀ ਪਈ। ਇਹ ਕੰਮ ਔਨ ਵਨ ਚਾਈਲਡ ਪਾਲਿਸੀ ਯਾਨੀ ਕਿ ਇੱਕੋ ਬੱਚਾ ਪੈਦਾ ਕਰਨ ਦਾ ਕਾਨੂੰਨ ਲਾਗੂ ਹੋਣ ਤੋਂ ਬਾਅਦ ਸ਼ੁਰੂ ਹੋਇਆ। ਇਸ ਤਰ੍ਹਾਂ ਦੀਆਂ ਮੌਤਾਂ ਵਿੱਚ ਲਗਭਗ 5 ਮਿਲੀਅਨ ਕੁੜੀਆਂ ਖਤਮ ਹੋ ਗਈਆਂ। ਜਦੋਂ ਨਵਜੰਮੀਆਂ ਬੱਚੀਆਂ ਨੂੰ ਮਾਰਨ ਤੋਂ ਰੋਕਣ ਲਈ ਕਾਨੂੰਨ ਬਣਿਆ ਤਾਂ ਲੋਕ ਅਲਟਰਾਸਾਊਂਡ ਉੱਤੇ ਧੂ ਕੇ ਪੈ ਗਏ। ਨਤੀਜੇ ਵਜੋਂ ਚੀਨ ਵਿੱਚ ਨਿੱਕੀ ਤੋਂ ਨਿੱਕੀ ਪਾਰਕਿੰਗ ਦੀ ਥਾਂ ਉੱਤੇ ਵੀ ਇੱਕ ਪਲੇਨ ਵੈਨ ਲੁਕ ਕੇ ਸਸਤੇ ਭਾਅ ਅਲਟਰਾਸਾਊਂਡ ਕਰਨ ਲਈ ਖੜੀ ਮਿਲਦੀ ਸੀ, ਜਿਸ ਸਦਕਾ 40 ਮਿਲੀਅਨ ਕੁੜੀਆਂ ਦਾ ਸੰਨ 2003 ਤੱਕ ਹੀ ਖਤਮ ਹੋ ਗਈਆਂ। ਵਰਲਡ ਹੈਲਥ ਆਰਗੇਨਾਈਜੇਸ਼ਨ ਅਨੁਸਾਰ 2005 ਤੱਕ 50 ਮਿਲੀਅਨ ਚੀਨੀ ਕੁੜੀਆਂ ਦਾ ਸਫਾਇਆ ਹੋ ਚੁੱਕਿਆ ਸੀ। ਇਸ ਨੂੰ ਜੋਜ਼ਫ ਫਾਰਾ ਮੁਤਾਬਕ ਇਨਸਾਨੀ ਇਤਿਹਾਸ ਵਿੱਚ ਸਭ ਤੋਂ ਵੱਡਾ ਘੱਲੂਘਾਰਾ ਕਰਾਰ ਦੇਣਾ ਚਾਹੀਦਾ ਹੈ। ਵੁਡਜ਼ ਮੁਤਾਬਕ ਚੀਨ ਵਿੱਚ ਹੁਣ ਵੀ ਲਗਭਗ 1 ਮਿਲੀਅਨ ਕੁੜੀਆਂ ਮਾਪਿਆਂ ਵੱਲੋਂ ਜਨਮ ਤੋਂ ਬਾਅਦ ਸੁੱਟੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਯਤੀਮਖਾਨਿਆਂ ਵਿੱਚ ਭਰਮਾਰ ਹੋਈ ਪਈ ਹੈ। ਜਿਸ ਮਾੜੇ ਹਾਲਾਤ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਹੈ, ਉਹਨਾਂ ਨੂੰ ਬ੍ਰਿਟਿਸ਼ ਟੀਵੀ ਡਾਕੂਮੈਂਟਰੀ ਵਿੱਚ ਡਾਇੰਗ ਰੂਮਸ ਯਾਨੀ ਮਰਨ ਲਈ ਬਣੇ ਕਮਰੇ ਦੇ ਨਾਂ ਤਹਿਤ ਵਿਖਾਇਆ ਜਾ ਚੁੱਕਿਆ ਹੈ। ਜਿਹੜੇ ਮਾਪੇ ਇੰਜ ਕੁੜੀਆਂ ਨਹੀਂ ਸੁੱਟਦੇ, ਉਹ ਬਿਮਾਰ ਕੁੜੀਆਂ ਦਾ ਇਲਾਜ ਕਰਵਾਉਣ ਤੋਂ ਕਤਰਾਉਂਦੇ ਹਨ ਤੇ ਓਹੜ-ਪੋਹੜ ਕਰਕੇ ਕੁਦਰਤ ਪੱਖੋਂ ਹੀ ਮਰਨ ਲਈ ਛੱਡ ਦਿੰਦੇ ਹਨ। ਪਾਕਿਸਤਾਨ ਵਿੱਚ ਵੀ ਕੁੜੀਆਂ ਮਾਰਨ ਦਾ ਰੁਝਾਨ ਵੱਧ ਰਿਹਾ ਹੈ। ਪਾਕਿਸਤਾਨ ਵਿੱਚ ਚੈਰਿਟੀ ਆਰਗੇਨਾਈਜੇਸ਼ਨ ਨੇ ਸੰਨ 2009 ਵਿੱਚ ਖੁਲਾਸਾ ਕੀਤਾ ਕਿ ਇੱਕੋ ਸਾਲ ਵਿੱਚ 1000 ਨਵਜੰਮੀਆਂ ਕੁੜੀਆਂ ਨੂੰ ਜਾਂ ਤਾਂ ਮਾਰ ਦਿੱਤਾ ਜਾਂਦਾ ਹੈ ਤੇ ਜਾਂ ਕੂੜੇ ਦੇ ਢੇਰ ਉੱਤੇ ਸੁੱਟ ਦਿੱਤਾ ਗਿਆ। ਅਫਰੀਕਾ ਵਿੱਚ ਭਾਵੇਂ ਕੁੜੀਆਂ ਨੂੰ ਮਾਰਨਾ ਜੁਰਮ ਗਿਣਿਆ ਜਾਂਦਾ ਹੈ, ਪਰ ਹਾਲੇ ਵੀ ਕੁੜੀਆਂ ਨੂੰ ਜੰਮਣ ਤੋਂ ਬਾਅਦ ਤੇ ਪਹਿਲਾਂ ਮਾਰਨ ਦਾ ਰੁਝਾਨ ਜਾਰੀ ਹੈ। ਦੁਨੀਆ ਦੇ ਠੰਡੇ ਬਰਫੀਲੇ ਇਲਾਕਿਆਂ ਵਿੱਚ ਅੱਜ ਵੀ ਨਵਜੰਮੀਆਂ ਕੁੜੀਆਂ ਨੂੰ ਬਰਫ਼ ਵਿੱਚ ਜਮਾ ਦਿੱਤਾ ਜਾਂਦਾ ਹੈ। ਨਵੰਬਰ 2008 ਵਿੱਚ ਪੈਪੂਆ ਤੇ ਨਿਊ ਗਿਨੀ ਵਿੱਚ ਇੱਕ ਵੱਖਰੀ ਹੀ ਮਿਸਾਲ ਵੇਖਣ ਨੂੰ ਮਿਲੀ ਹੈ। ਉੱਥੇ 1986 ਤੋਂ ਲਗਾਤਾਰ ਕਬੀਲਿਆਂ ਦੀ ਲੜਾਈ ਜਾਰੀ ਸੀ। ਉੱਥੇ ਦੀਆਂ ਔਰਤਾਂ ਨੇ ਇਹ ਫੈਸਲਾ ਲਿਆ ਕਿ ਜੇ ਹਰ ਨਵਜੰਮੇ ਮੁੰਡੇ ਨੂੰ ਮਾਰ ਦਿੱਤਾ ਜਾਵੇ ਤਾਂ ਲੜਾਈ ਲੜਨ ਵਾਲੇ ਬੰਦੇ ਰਹਿਣਗੇ ਨਹੀਂ ਤੇ ਲੜਾਈ ਆਪੇ ਰੁਕ ਜਾਵੇਗੀ। ਨਤੀਜੇ ਵਜੋਂ 10 ਸਾਲ ਤੱਕ ਬਹੁ ਗਿਣਤੀ ਨਵਜੰਮੇ ਮੁੰਡੇ ਸਿਰਹਾਣੇ ਥੱਲੇ ਦੱਬ ਕੇ ਮਾਰ ਦਿੱਤੇ ਜਾਂਦੇ ਰਹੇ ਤੇ ਇਹ ਰੁਝਾਨ ਅੱਜ ਵੀ ਜਾਰੀ ਹੈ। ਭਾਰਤ ਵਿੱਚ ਭਰੂਣ ਹੱਤਿਆਵਾਂ ਅਤੇ ਜੰਮਦੀਆਂ ਕੁੜੀਆਂ ਨੂੰ ਮਾਰਨ ਉੱਤੇ ਪਾਬੰਦੀ ਹੈ, ਪਰ ਯੂਨੀਸੈਫ ਮੁਤਾਬਕ ਹੁਣ ਤੱਕ 50 ਮਿਲੀਅਨ ਭਾਰਤੀ ਕੁੜੀਆਂ ਦਾ ਸਫਾਇਆ ਹੋ ਚੁੱਕਿਆ ਹੈ। ਲਾਸ ਏਂਜਲਸ ਟਾਈਮਜ਼ 28 ਫਰਵਰੀ 1994 ਵਿੱਚ ਕੁੜੀਆਂ ਮਾਰਨ ਦੀਆਂ ਅਨੇਕ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਭਾਰਤ ਬਾਰੇ ਲਿਖਿਆ ਗਿਆ ਹੈ, ਵੇਅਰ ਕਿਲਿੰਗ ਬੇਬੀ ਗਰਲਸ ਇਜ਼ ਨੋ ਬਿਗ ਸਿਨ।
ਉਸ ਵਿੱਚ ਤਾਮਿਲਨਾਡੂ ਦੀਆਂ ਦਿਲ ਦਹਿਲਾਓ ਕਹਾਣੀਆਂ ਹਨ ਕਿਤੇ ਕਿਵੇਂ ਮਾਵਾਂ ਆਪ ਮੰਨੀਆਂ ਕਿ ਜਦ ਤੱਕ ਨਵ ਜੰਮੀ ਬੱਚੀ ਦੇ ਨੱਕ ਵਿੱਚੋਂ ਲਹੂ ਚੱਲ ਕੇ ਉਹ ਮਰ ਨਹੀਂ ਜਾਂਦੀ, ਦਾਈਆਂ ਅੱਕ ਦਾ ਦੁੱਧ ਕਾਸਟੇਲ ਉਸ ਦੇ ਮੂੰਹ ਅੰਦਰ ਧੱਕਦੀਆਂ ਰਹਿੰਦੀਆਂ ਹਨ। ਇਹਨਾਂ ਕਤਲਾਂ ਦਾ ਕਾਰਨ ਪੁੱਛੇ ਜਾਣ ਉੱਤੇ ਮਾਵਾਂ ਮੰਨੀਆਂ ਕਿ ਉਹਨਾਂ ਦੀ ਆਪਣੀ ਜ਼ਿੰਦਗੀ ਨਰਕ ਵਾਂਗ ਹੈ ਤੇ ਅਜਿਹੀ ਜ਼ਿੰਦਗੀ ਉਹ ਆਪਣੀ ਧੀ ਨੂੰ ਨਹੀਂ ਦੇਣਾ ਚਾਹੁੰਦੀਆਂ। ਮਦਰਾਸ ਦੀ ਕਮਿਊਨਿਟੀ ਸਰਵਿਸ ਨੇ ਇੱਕ ਖੋਜ ਰਾਹੀਂ ਤਾਮਿਲਨਾਡੂ ਵਿੱਚ ਵਸਦੇ 1250 ਟੱਬਰਾਂ ਉੱਤੇ ਖੋਜ ਕਰਕੇ ਇਹ ਤੱਥ ਸਾਹਮਣੇ ਰੱਖੇ ਹਨ ਕਿ ਦਾਜ ਹੀ ਬੱਚੀਆਂ ਨੂੰ ਚੱਬ ਰਿਹਾ ਹੈ। ਜਿਵੇਂ ਚੀਨ ਬਾਰੇ ਇਹ ਮਸ਼ਹੂਰ ਹੈ ਕਿ ਉੱਥੇ 111 ਮਿਲੀਅਨ ਮੁੰਡੇ ਅਣਵਿਆਹੇ ਰਹਿ ਜਾਣ ਵਾਲੇ ਹਨ, ਯਾਨੀ ਕੈਨੇਡਾ ਦੀ ਪੂਰੀ ਜਨਸੰਖਿਆ ਤੋਂ 3 ਗੁਣਾ ਤੋਂ ਵੀ ਵੱਧ। ਬਿਲਕੁਲ ਉਸੇ ਤਰ੍ਹਾਂ ਭਾਰਤ ਬਾਰੇ ਵੀ ਇਹੀ ਮਸ਼ਹੂਰ ਹੋ ਚੁੱਕਿਆ ਹੈ ਕਿ ਇਹ ਚੀਨ ਦੀ ਪੂਰੀ ਬਰਾਬਰੀ ਉੱਤੇ ਉਤਰ ਚੁੱਕਿਆ ਹੈ। ਇਸ ਕਰਕੇ ਢੇਰ ਸਾਰੇ ਗਿਰੋਹ ਸਰਗਰਮ ਹੋ ਚੁੱਕੇ ਹਨ ਜਿਹੜੇ ਚੀਨ ਅਤੇ ਭਾਰਤ ਵਿੱਚ ਹੋਰਨਾਂ ਦੇਸ਼ਾਂ ਤੋਂ ਕੁੜੀਆਂ ਲਿਆ ਕੇ ਸਪਲਾਈ ਕਰਦੇ ਰਹੇ ਹਨ। ਇਹ ਵੈਨਕੂਵਰ ਸਨ ਵਿੱਚ ਜਨਵਰੀ 11 1999 ਵਿੱਚ ਛਪਿਆ ਸੀ। ਹਰ ਸਾਲ 8000 ਤੋਂ ਵੱਧ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਕੁੜੀਆਂ ਬਾਹਰੋਂ ਲਿਆਈਆਂ ਗਈਆਂ। ਗੁਜਰਾਤ, ਜੈਪੁਰ, ਮੁੰਬਈ, ਉੱਤਰ ਪ੍ਰਦੇਸ਼, ਤਾਮਿਲਨਾਡੂ, ਹਰਿਆਣਾ, ਜੰਮੂ ਕਸ਼ਮੀਰ ਅਤੇ ਪੰਜਾਬ ਵਿਚਲੀਆਂ ਬਹੁਤ ਸਾਰੀਆਂ ਖਬਰਾਂ ਅੰਤਰਰਾਸ਼ਟਰੀ ਪੱਧਰ ਉੱਤੇ ਛਪ ਚੁੱਕੀਆਂ ਹਨ ਕਿ ਕਿਵੇਂ ਉੱਥੇ ਧੀਆਂ ਦਾ ਲਗਾਤਾਰ ਸਫਾਇਆ ਹੋ ਰਿਹਾ ਹੈ। ਰਾਜਸਥਾਨ ਵਿੱਚ ਜਿਹੜੀਆਂ ਕੁੜੀਆਂ ਨੂੰ ਮਾਪਿਆਂ ਦੇ ਰਹਿਮੋ ਕਰਮ ਉੱਤੇ ਬਚ ਜਾਂਦੀਆਂ ਉਹਨਾਂ ਵਿੱਚ ਬਹੁਤੀਆਂ ਨੂੰ ਘੱਟ ਖਾਣ ਲਈ ਦਿੱਤਾ ਜਾ ਰਿਹਾ ਹੈ। ਕਾਰਲ ਲੇਕਰ ਨੇ ਆਪਣੀ ਖੋਜ ਵਿੱਚ ਲਿਖਿਆ ਹੈ ਕਿ ਕੁੜੀਆਂ ਨੂੰ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਬਹੁਤ ਸਾਰੇ ਪੇਂਡੂ ਇਲਾਕਿਆਂ ਵਿੱਚ ਇੱਕੋ ਵੇਲੇ ਦੀ ਹੀ ਰੋਟੀ ਦਿੱਤੀ ਜਾਂਦੀ ਹੈ। ਜੈਪੁਰ ਦੇ ਮੈਡੀਕਲ ਕਾਲਜ ਅਨੁਸਾਰ 3500 ਮਾਦਾ ਭਰੂਣ ਹਰ ਸਾਲ ਲਗਾਤਾਰ ਡਿੱਗੇ ਜਾ ਰਹੇ ਹਨ। ਰਤਕ ਪੰਜਾਬ ਵਿੱਚ ਵੀ ਝਾਤ ਮਾਰ ਲਈਏ ਜਿੱਥੇ ਪਿਛਲੇ ਸਾਲ ਦੀਆਂ ਭਰੂਣ ਹੱਤਿਆਵਾਂ ਦੀ ਗਿਣਤੀ ਹੀ ਹੁਣ ਤੱਕ ਦੇ ਹੋ ਰਹੇ ਕਤਲਾਂ ਨੂੰ ਸਪਸ਼ਟ ਕਰ ਦੇਵੇਗੀ। ਸੰਨ 2010 ਵਿੱਚ ਜਿੰਨੀਆਂ ਕੁ ਗਰਭਵਤੀ ਔਰਤਾਂ ਰਜਿਸਟਰ ਹੋਈਆਂ ਹਨ ਉਹਨਾਂ ਵਿੱਚੋਂ PNDT ਸੈੱਲ ਮੁਤਾਬਕ ਜਿੰਨੇ ਗਰਭ ਪੂਰੇ ਚੜੇ ਉਹਨਾਂ ਦਾ ਰਿਕਾਰਡ ਕੱਢਿਆ ਗਿਆ। ਅੰਕੜੇ ਬੜੇ ਭਿਆਨਕ ਸਨ, ਇਸੇ ਲਈ ਜਨਤਕ ਕੀਤੇ ਗਏ ਕਿਉਂਕਿ ਸਿਰਫ ਰਜਿਸਟਰਡ ਗਰਭਵਤੀ ਔਰਤਾਂ ਦੇ ਢਿੱਡਾਂ ਵਿੱਚੋਂ ਹੀ 75000 ਮਾਦਾ ਭਰੂਣ ਗਾਇਬ ਹੋ ਗਏ ਸਨ। ਜਿਹੜੀਆਂ ਗਰਭਵਤੀ ਔਰਤਾਂ ਰਜਿਸਟਰ ਨਹੀਂ ਹੋਈਆਂ ਜਿਨ੍ਹਾਂ ਦੀ ਗਿਣਤੀ ਵੀ ਲਗਭਗ ਇੰਨੀ ਕੁ ਹੀ ਹੁੰਦੀ ਹੈ, ਉਹਨਾਂ ਵਿੱਚੋਂ ਕਿੰਨੇ ਮਾਦਾ ਭਰੂਣ ਗਾਇਬ ਹੋ ਗਏ ਹੋਣਗੇ ਇਸ ਬਾਰੇ ਅੰਦਾਜ਼ਾ ਲਗਾਉਣਾ ਔਖਾ ਨਹੀਂ। ਕੁਝ ਥਾਵਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਅੰਮ੍ਰਿਤਸਰ 8320 ਮਾਦਾ ਭਰੂਣ ਕਤਲ, ਬਠਿੰਡਾ 2249, ਫਰੀਦਕੋਟ 3113, ਫਤਿਹਗੜ੍ਹ ਸਾਹਿਬ 2974, ਫਿਰੋਜ਼ਪੁਰ 7652, ਗੁਰਦਾਸਪੁਰ 4019, ਜਲੰਧਰ 4435, ਲੁਧਿਆਣਾ 6550, ਮੋਗਾ 2758, ਮੋਹਾਲੀ 4024, ਨਵਾਂ ਸ਼ਹਿਰ 943, ਪਟਿਆਲਾ 10650, ਸੰਗਰੂਰ 6736। ਯੂਨੀਸੇਫ ਵੱਲੋਂ ਪਿਛਲੇ ਸਾਲ ਐਲਾਨੀ ਇਬਾਰਤ ਹਕੀਕਤ ਦਾ ਰੂਪ ਧਾਰਨ ਕਰ ਚੁੱਕੀ ਹੈ ਕਿ ਅਗਲੇ 15 ਸਾਲ ਬਾਅਦ 60 ਲੱਖ ਪੰਜਾਬੀ ਮੁੰਡਾ ਕੁਆਰਾ ਰਹਿ ਜਾਏਗਾ। ਯਾਨੀ ਸਾਰੀਆਂ ਅਮਰੀਕਨ ਕੁੜੀਆਂ ਹਜ਼ਮ ਕਰਨ ਤੋਂ ਬਾਅਦ ਵੀ ਛੜੇ ਦਿਸਣਗੇ। ਹਸਪਤਾਲਾਂ ਵਿੱਚ ਦਾਖਲ ਕਰਨ ਲਈ ਲਿਆਈਆਂ ਜਾ ਰਹੀਆਂ ਕੁੜੀਆਂ ਵਿੱਚ ਲਗਾਤਾਰ ਘਾਟਾ ਚਾਲੂ ਹੈ ਤੇ ਟੀਕਾਕਰਨ ਵਾਸਤੇ ਵੀ ਘੱਟ ਕੁੜੀਆਂ ਲਿਆਈਆਂ ਜਾ ਰਹੀਆਂ ਹਨ ਕਿਉਂਕਿ ਕੁੜੀਆਂ ਨੂੰ ਬੇਲੋੜੀਆਂ ਤੇ ਭਾਰ ਸਮਝੀ ਜਾਣ ਵਾਲੀ ਸੋਚ ਪੱਥਰ ਯੁੱਗ ਤੋਂ ਜਿਉਂ ਦੀ ਤਿਉਂ ਚਾਲੂ ਹੈ। ਜੇ ਭਵਿੱਖ ਬਾਰੇ ਧਿਆਨ ਕਰਨਾ ਹੋਵੇ ਤਾਂ ਦੁਨੀਆ ਭਰ ਵਿੱਚ ਖੋਜੀ ਤੇ ਭਰੂਣ ਹੱਤਿਆਵਾਂ ਰੋਕਣ ਵੱਲ ਤਨੋਂ ਮਨੋਂ ਜੁੜੇ ਲੋਕਾਂ ਦੀ ਇੱਕੋ ਨਾ ਪੱਖੀ ਸੋਚ ਹੀ ਦਿਸਦੀ ਹੈ। ਜਿੰਨੀਆਂ ਵੀ ਖੋਜਾਂ ਇਸ ਨੂੰ ਰੋਕਣ ਲਈ ਦੁਨੀਆ ਦੇ ਵੱਖੋ-ਵੱਖ ਹਿੱਸਿਆਂ ਵਿੱਚ ਕੀਤੀਆਂ ਗਈਆਂ ਉਹਨਾਂ ਵਿੱਚੋਂ ਕੋਈ ਬਹੁਤੀ ਕਾਰਗਰ ਸਾਬਤ ਨਹੀਂ ਹੋਈ। ਬਥੇਰੀਆਂ ਥਾਵਾਂ ਉੱਤੇ ਇਟਲੀ, ਅਮਰੀਕਾ, ਚੀਨ ਆਦਿ ਵਿੱਚ ਅਨਾਥ ਆਸ਼ਰਮ ਖੋਲ੍ਹੇ ਗਏ ਹਨ ਪਰ ਅਰਬਾਂ ਦੀ ਗਿਣਤੀ ਵਿੱਚ ਮਾਰੀਆਂ ਜਾ ਰਹੀਆਂ ਕੁੜੀਆਂ ਵਿੱਚੋਂ ਸਿਰਫ ਕੁਝ ਉਂਗਲਾਂ ਉੱਤੇ ਗਿਣੀਆਂ ਜਾ ਸਕਣ ਵਾਲੀਆਂ ਕੁੜੀਆਂ ਹੀ ਬਚੀਆਂ ਹਨ ਜਿਨ੍ਹਾਂ ਵਿੱਚੋਂ ਬਹੁਤੀਆਂ ਦਾ ਭਵਿੱਖ ਸੁਰੱਖਿਅਤ ਨਹੀਂ। ਦੂਜੇ ਪਾਸੇ ਮਾਪੇ ਤਾਂ ਧੀਆਂ ਦਾ ਖੁਰਾ ਖੋਜ ਮਿਟਾਉਣ ਨੂੰ ਹੀ ਤਰਜੀਹ ਦਿੰਦੇ ਰਹੇ ਹਨ। ਭਰੂਣ ਡੇਗਣ ਲਈ ਦੁਨੀਆ ਭਰ ਵਿੱਚ ਕਾਨੂੰਨ ਬਣੇ ਹੋਣ ਦੇ ਬਾਵਜੂਦ ਕਿਤੇ ਕੋਈ ਠੱਲ ਨਹੀਂ ਪਈ ਦਿਸਦੀ ਕਿਉਂਕਿ ਅੰਦਰ ਖਾਤੇ ਸਭ ਪਹਿਲਾਂ ਹੀ ਚੱਲਦਾ ਰਿਹਾ ਸੀ ਤੇ ਹੁਣ ਵੀ ਚਾਲੂ ਹੈ। ਜਿੰਨਾ ਕੁ ਸੁਝਾਅ ਬੁੱਧੀਜੀਵੀਆਂ ਨੇ ਲੱਭੇ ਹਨ ਉਹਨਾਂ ਬਾਰੇ ਮੈਂ ਦਿੰਦੀ ਹਾਂ। ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਮਾਦਾ ਭਰੂਣ ਹੱਤਿਆ ਰੋਕਣ ਅਤੇ ਨਵਜੰਮੇ ਬੱਚਿਆਂ ਨੂੰ ਬਚਾਉਣ ਲਈ ਸਮਰਪਿਤ ਕੀਤੀਆਂ ਹੋਈਆਂ ਹਨ। ਇੱਕ ਗੱਲ ਉੱਤੇ ਜਿਸ ਉੱਤੇ ਸਾਰੇ ਦ੍ਰਿੜ ਹਨ ਉਹ ਇਹ ਹਨ ਕਿ ਜਿਹੜੇ ਕਾਰਨ ਮਾਦਾ ਭਰੂਣ ਹੱਤਿਆ ਨੂੰ ਉਕਸਾਉਂਦੇ ਹਨ ਜਦ ਤੱਕ ਉਹ ਦੂਰ ਨਹੀਂ ਕੀਤੇ ਜਾਂਦੇ ਉਦੋਂ ਤੱਕ ਨਾ ਤਾਂ ਕੋਈ ਧਾਰਮਿਕ ਤੇ ਨਾ ਹੀ ਕਾਨੂੰਨ ਪਾਬੰਦੀਆਂ ਕੋਈ ਅਸਰ ਛੱਡ ਸਕਦੀਆਂ ਹਨ।
ਇਹ ਤਾਂ ਸਦੀਆਂ ਤੋਂ ਅਜ਼ਮਾਈ ਹੋਈ ਗੱਲ ਸਾਬਤ ਹੋ ਚੁੱਕੀ ਹੈ। ਕਾਰਨ ਦੂਰ ਕਰਨ ਲਈ ਸਭ ਤੋਂ ਪਹਿਲੀ ਗੱਲ ਹੈ ਔਰਤ ਜ਼ਾਤ ਨੂੰ ਮਰਦਾਂ ਨਾਲ ਬਰਾਬਰੀ ਦਾ ਦਰਜਾ ਦਿੱਤਾ ਜਾਣਾ। ਜਦ ਤੱਕ ਔਰਤ ਘਰੇਲੂ ਹਿੰਸਾ, ਆਪਸੀ ਦੁਸ਼ਮਣੀ ਦਾ ਸ਼ਿਕਾਰ, ਜਿਸਮਾਨੀ ਵਧੀਕੀਆਂ ਦਾ ਸ਼ਿਕਾਰ ਅਤੇ ਜਬਰ ਜਨਾਹ ਵਰਗੇ ਸ਼ਿਕੰਜਿਆਂ ਵਿੱਚ ਫਸੀ ਰਹੇਗੀ, ਉਦੋਂ ਤੱਕ ਉਸ ਨੂੰ ਬਰਾਬਰੀ ਦਾ ਦਰਜਾ ਦਿੱਤੇ ਜਾਣ ਦੀ ਗੱਲ ਸਿਰਫ ਮਜ਼ਾਕ ਹੀ ਗਿਣੀ ਜਾਣੀ ਚਾਹੀਦੀ ਹੈ। ਦੁਨੀਆ ਭਰ ਵਿੱਚ ਦਾਜ ਪ੍ਰਥਾ ਨੂੰ ਔਰਤ ਜ਼ਾਤ ਨੂੰ ਨੀਵਾਂ ਵਿਖਾਉਣ ਦਾ ਇੱਕ ਜ਼ਰੀਆ ਹੀ ਗਿਣਿਆ ਗਿਆ ਹੈ ਅਤੇ ਇਸ ਦਾ ਹਰ ਮਾਦਾ ਭਰੂਣ ਹੱਤਿਆ ਰੋਕਣ ਵਿੱਚ ਜੁਟੇ ਬੰਦੇ ਨੇ ਡਟ ਕੇ ਵਿਰੋਧ ਕੀਤਾ। ਦਾਜ ਅਤੇ ਵਿਆਹਾਂ ਉੱਤੇ ਹੁੰਦੇ ਖਰਚੇ ਬਾਰੇ ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਹੈ ਕਿ ਜਿਸ ਇਲਾਕੇ ਜਾਂ ਸੂਬੇ ਵਿੱਚ ਵਿਆਹਾਂ ਦੇ ਅਡੰਬਰ ਰਚੇ ਗਏ ਜਾ ਰਹੇ ਹੋਣ, ਉੱਥੇ ਮਾਦਾ ਭਰੂਣ ਹੱਤਿਆ ਰੋਕਣ ਦੇ ਹਰ ਕਿਸਮ ਦੇ ਕਾਰਜ ਨਿਰਾ ਪਖੰਡ ਹੀ ਹਨ, ਭਾਵੇਂ ਸਰਕਾਰੀ ਹੋਣ ਜਾਂ ਗੈਰ ਸਰਕਾਰੀ। ਇਹਨਾਂ ਤੋਂ ਇਲਾਵਾ ਨਿਰੋਧ ਜਾਂ ਹੋਰ ਗਰਭ ਰੋਕੂ ਗੋਲੀਆਂ ਆਦਿ ਵਰਤਣ ਬਾਰੇ ਵੀ ਕੁਝ ਲੋਕਾਂ ਨੇ ਰਾਏ ਦਿੱਤੀ ਹੈ ਕਿ ਇਸ ਤਰ੍ਹਾਂ ਸ਼ਾਇਦ ਭਰੂਣ ਹੱਤਿਆ ਵਿੱਚ ਕੁਝ ਹੱਦ ਤੱਕ ਠੱਲ ਪੈ ਜਾਏ, ਖਾਸ ਕਰ ਜਿਹੜੇ ਨਾਜਾਇਜ਼ ਸੰਬੰਧਾਂ ਰਾਹੀਂ ਹੋ ਰਹੀ ਹੈ। ਮੀਡੀਆ ਉੱਤੇ ਬਹੁਤ ਭਾਰੀ ਜ਼ਿੰਮੇਵਾਰੀ ਸੁੱਟੀ ਗਈ ਹੈ ਤੇ ਲਗਭਗ ਦੁਨੀਆ ਦੇ ਹਰ ਕੋਨੇ ਵਿੱਚ ਇਹੀ ਨਤੀਜੇ ਕੱਢੇ ਗਏ ਹਨ ਕਿ ਸੋਚ ਬਦਲਣ ਅਤੇ ਪੁੱਤਰ ਮੋਹ ਭੰਗ ਕਰਨ ਵਿੱਚ ਮੀਡੀਆ ਦਾ ਬਹੁਤ ਭਾਰੀ ਰੋਲ ਹੈ। ਇਸ ਦਾ ਮਤਲਬ ਇਹ ਹੈ ਕਿ ਢਹਿੰਦੀ ਖਬਰ ਦੀ ਬਜਾਏ ਕੁੜੀਆਂ ਨੂੰ ਉਜਾਗਰ ਕਰਨ ਦੀ ਉਸਾਰੂ ਖਬਰ ਦੀ ਲੋੜ ਹੈ। ਔਰਤਾਂ ਨੂੰ ਮਾਲੀ ਪੱਖੋਂ ਮਜ਼ਬੂਤ ਅਤੇ ਹਰ ਸਲਾਹ ਮਸ਼ਵਰੇ ਵਿੱਚ ਹਿੱਸੇਦਾਰ ਬਣਾਉਣ ਨਾਲ ਵੀ ਔਰਤ ਨੂੰ ਕੁਝ ਉਚੇਰਾ ਦਰਜਾ ਦੇਣ ਦੇ ਬਰਾਬਰ ਗਿਣਿਆ ਜਾਣਾ ਚਾਹੀਦਾ ਹੈ। ਸਭ ਤੋਂ ਜ਼ਰੂਰੀ ਤੇ ਅਹਿਮ ਗੱਲ ਹੈ ਆਉਣ ਵਾਲੀ ਪੀੜ੍ਹੀ ਉੱਤੇ ਪੂਰਾ ਧਿਆਨ ਦੇਣਾ। ਸੋਚ ਬਦਲਣ ਵਾਸਤੇ ਸਿਰਫ ਪਨਪ ਰਹੇ ਦਿਮਾਗ ਵਿਚਲੇ ਵਿਚਾਰ ਬਦਲਣ ਦੀ ਲੋੜ ਹੁੰਦੀ ਹੈ। ਇਸ ਦਾ ਮਤਲਬ ਇਹ ਹੈ ਕਿ ਸਕੂਲ ਵਿੱਚ ਬੱਚਿਆਂ ਦੇ ਪਾਠਕ੍ਰਮ ਵਿੱਚ ਇਸ ਦੇ ਮਾੜੇ ਨਤੀਜਿਆਂ ਬਾਰੇ ਜਾਗਰੂਕ ਕੀਤਾ ਜਾਏ ਤਾਂ ਜੋ ਉਹਨਾਂ ਵਿੱਚ ਬਹੁ ਗਿਣਤੀ ਇਸ ਤਰ੍ਹਾਂ ਦੇ ਕਤਲਾਂ ਦੇ ਵਿਰੁੱਧ ਆਵਾਜ਼ ਚੁੱਕਣ ਜੋਗੇ ਬਣ ਜਾਣ। ਇੰਨੀ ਜਾਣਕਾਰੀ ਲੈਣ ਤੋਂ ਬਾਅਦ ਕੁਝ ਨੁਕਤਿਆਂ ਬਾਰੇ ਸਭ ਸਮਝ ਗਏ ਹੋਣਗੇ ਕਿ ਮਾਦਾ ਭਰੂਣ ਹੱਤਿਆ ਸਿਰਫ ਹਿੰਦੁਸਤਾਨ ਵਿੱਚ ਨਹੀਂ ਹੁੰਦੀ ਤੇ ਨਾ ਹੀ ਇਕੱਲੇ ਭਾਰਤ ਇਸ ਲਈ ਜ਼ਿੰਮੇਵਾਰ ਹਨ। ਬਿਲਕੁਲ ਇਸੇ ਹੀ ਤਰ੍ਹਾਂ ਇਕੱਲੇ ਅਲਟਰਾਸਾਊਂਡ ਅਤੇ ਡਾਕਟਰਾਂ ਦਾ ਕਸੂਰ ਕੱਢ ਕੇ ਆਪੋ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ। ਕੁਝ ਹੋਰ ਗੱਲਾਂ ਵੀ ਸਪਸ਼ਟ ਹੋ ਚੁੱਕੀਆਂ ਹਨ ਕਿ ਕਾਰਨ ਦੂਰ ਕਰਨ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੇ ਲੈਕਚਰ ਪ੍ਰੋਗਰਾਮ, ਕਾਨੂੰਨ, ਸਰਕਾਰੀ ਏਜੰਡੇ, ਕਵਿਤਾ ਪ੍ਰੋਗਰਾਮ, ਮੀਟਿੰਗਾਂ ਜਾਂ ਧਾਰਮਿਕ ਹੁਕਮਨਾਮੇ ਮਾਦਾ ਭਰੂਣਾਂ ਨੂੰ ਕਤਲ ਹੋਣ ਤੋਂ ਨਹੀਂ ਰੋਕ ਸਕਦੇ, ਕਿਉਂਕਿ ਪੱਥਰ ਯੁੱਗ ਤੋਂ ਹੁਣ ਤੱਕ ਇਹ ਪੂਰੀ ਤਰ੍ਹਾਂ ਬੇਅਸਰ ਹੀ ਦਿਸਦੇ ਆਏ ਹਨ। ਇਸ ਲਈ ਸਭ ਤੋਂ ਵੱਧ ਜ਼ਰੂਰੀ ਹੈ ਔਰਤ ਨੂੰ ਬਰਾਬਰ ਦੀ ਇੱਜ਼ਤ ਦੇਣੀ ਅਤੇ ਅਜਿਹਾ ਮਾਹੌਲ ਸਿਰਜਣਾ ਜਿੱਥੇ ਔਰਤ ਆਪ ਹੀ ਆਪਣੀ ਬੇਟੀ ਦੇ ਹੱਕਾਂ ਉੱਤੇ ਪਹਿਰਾ ਦੇ ਸਕਣ ਯੋਗੀ ਹੋਵੇ। ਜਦ ਤੱਕ ਅਜਿਹਾ ਸੰਭਵ ਨਹੀਂ, ਮਾਦਾ ਭਰੂਣ ਹੱਤਿਆਵਾਂ ਕਦੇ ਵੀ ਰੁਕ ਨਹੀਂ ਸਕਣਗੀਆਂ। ਕਮਾਲ ਤਾਂ ਹੁਣ ਇਹ ਦਿਸਦਾ ਹੈ ਕਿ ਕੁਦਰਤ ਨੇ ਔਰਤ ਜਾਤ ਨੂੰ ਇਨਸਾਨੀ ਜੂਨ ਦੇ ਰਚੈਤਾ ਬਣਾ ਕੇ ਭੇਜਿਆ ਕਿ ਮਰਦ ਨੇ ਜੇ ਧਰਤੀ ਉੱਤੇ ਜਨਮ ਲੈਣਾ ਹੈ ਤਾਂ ਉਸ ਦੀ ਕੁੱਖ ਰਾਹੀਂ ਹੀ ਜਨਮ ਲੈ ਕੇ ਉਸ ਦੇ ਰਹਿਮੋ ਕਰਮ ਉੱਤੇ ਪਲਣਾ ਹੈ। ਪਰ ਵੇਖੋ ਜ਼ੁਲਮ ਦੀ ਹੱਦ ਕਿ ਉਸੇ ਔਰਤ ਜਾਤ ਨੂੰ ਨੀਵਾਂ ਬਣਾ ਕੇ ਉਸੇ ਦਾ ਘਾਣ ਕਰਦਿਆਂ ਤੇ ਹਸਕਾਰਾਂ ਅਨੁਸਾਰ ਮਰਦ ਨੂੰ ਕਈ ਸਦੀਆਂ ਲੰਘ ਚੁੱਕੀਆਂ ਹਨ, ਪਰ ਕਿਤੇ ਬਰਾਬਰੀ ਵਰਗੀ ਗੱਲ ਨਜ਼ਰ ਨਹੀਂ ਆਈ। ਅੱਜ ਤੋਂ ਬਾਅਦ ਇਸ ਅਸਲ ਮੁੱਦੇ ਨੂੰ ਜਾਣੇ ਬਗੈਰ ਜੇ ਕੋਈ ਸਿਰਫ ਇਸ ਗੱਲ ਉੱਤੇ ਕੇਂਦਰਿਤ ਹੈ ਕਿ ਪੰਜਾਬੀ, ਹਰਿਆਣਵੀ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਵਿੱਚੋਂ ਕੌਣ ਪਹਿਲੇ ਨੰਬਰ ਉੱਤੇ ਕੁੜੀਆਂ ਮਾਰ ਰਹੇ ਹਨ ਜਾਂ ਇਕੱਲੇ ਅੰਕੜੇ ਇਕੱਠੇ ਕਰਕੇ ਵਧੀਆ ਸੁਰਖੀ ਤਿਆਰ ਕਰਨ ਦੇ ਚੱਕਰ ਵਿੱਚ ਹਨ, ਤਾਂ ਅਫਸੋਸ ਕਿ ਉਹ ਸਿਰਫ ਗੋਂਗਲੂਆਂ ਉੱਤੇ ਮਿੱਟੀ ਹੀ ਝਾੜ ਰਹੇ ਹੋਣਗੇ। ਕੁੜੀਆਂ ਦੇ ਜਨਮ ਦਰ ਰਤਕ ਵਧਣ ਜਾਂ ਘਟਣ ਨਾਲ ਵੱਡੀ ਪੱਧਰ ਉੱਤੇ ਕੋਈ ਖਾਸ ਫਾਇਦਾ ਨਹੀਂ ਹੋਣ ਲੱਗਿਆ, ਕਿਉਂਕਿ ਜਨਮ ਤੋਂ ਬਾਅਦ ਮਾਰਨ ਦੀਆਂ ਘਟਨਾਵਾਂ ਵਿੱਚ ਕੋਈ ਰੋਕਥਾਮ ਨਾ ਲੱਗ ਸਕੀ ਤੇ ਨਾ ਹੀ ਅੱਜ ਦੇ ਦਿਨ ਵੀ ਕੋਈ ਦਿਸਦੀ ਹੈ। ਮੈਨੂੰ ਤਾਂ ਸਿਰਫ ਇਹ ਡਰ ਸਤਾ ਰਿਹਾ ਹੈ ਕਿ ਇੰਨੇ ਸਦੀਆਂ ਤੋਂ ਦੱਬੀ ਕੁਚਲੀ ਔਰਤ ਜੇ ਬਗਾਵਤ ਉੱਤੇ ਉਤਰ ਆਈ ਤਾਂ ਪੈਪੂਆ ਤੇ ਨਿਊ ਗਿਨੀ ਦੀਆਂ ਔਰਤਾਂ ਵਾਂਗ ਹੁਣ ਆਪਣੇ ਨਵ ਜੰਮੇ ਮੁੰਡਿਆਂ ਨੂੰ ਆਪਣੇ ਪਤੀ ਅਤੇ ਵਧੀਕੀਆਂ ਦਾ ਸ਼ਿਕਾਰ ਨਾ ਬਣਾ ਦੇਵੇ। ਸ਼ੁਕਰ ਹੈ ਰੱਬ ਦਾ ਕਿ ਸਦੀਆਂ ਪਹਿਲਾਂ ਵੀ ਸੂਝਵਾਨ ਮਰਦ ਸਨ ਤੇ ਅੱਜ ਵੀ ਮੌਜੂਦ ਹਨ, ਜਿਸ ਸਦਕਾ ਔਰਤ ਜ਼ਾਤ ਦਾ ਇੰਨਾ ਘਾਣ ਕਰਨ ਦੇ ਬਾਵਜੂਦ ਉਸ ਦਾ ਵਜੂਦ ਹਾਲੇ ਵੀ ਧਰਤੀ ਉੱਤੇ ਕਾਇਮ ਹੈ। ਮੈਨੂੰ ਢਹਿੰਦੀ ਕਲਾ ਵਾਲੇ ਵਿਚਾਰ ਪਸੰਦ ਨਹੀਂ, ਇਸ ਲਈ ਭਰੂਣ ਹੱਤਿਆ ਰੋਕਣ ਵਿੱਚ ਲੱਗੇ ਹਰ ਇਨਸਾਨ ਨੂੰ ਮੈਂ ਚੜ੍ਹਦੀ ਕਲਾ ਵਿੱਚ ਰੱਖਣਾ ਚਾਹੁੰਦੀ ਹਾਂ ਕਿ ਡਟੇ ਰਹੋ, ਪਤਝੜ ਤੋਂ ਬਾਅਦ ਬਹਾਰ ਆਉਣੀ ਹੀ ਹੁੰਦੀ ਹੈ। ਫੈਸ਼ਨ ਵੀ ਬਦਲ ਕੇ ਦੁਬਾਰਾ ਪ੍ਰਾਹੁਣੇ ਆਉਂਦੇ ਰਹਿੰਦੇ ਹਨ। ਧੀਆਂ ਦੀ ਘਾਟ ਹਰ ਸਦੀ ਵਿੱਚ ਆਉਂਦੀ ਰਹੀ ਹੈ ਅਤੇ ਉਸ ਸਮੇਂ ਵੀ ਸੁਹਿਰਦ ਲੋਕਾਂ ਦੀ ਜੱਦੋ-ਜਹਿਦ ਸਦਕਾ ਧੀਆਂ ਜੰਮਦੀਆਂ ਰਹੀਆਂ ਸਨ। ਹੁਣ ਵੀ ਬਦਲਾਅ ਜ਼ਰੂਰ ਆਏਗਾ। ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਵੀ ਜ਼ੁਲਮ ਤੇ ਜ਼ਬਰ ਦੀ ਗੱਲ ਚੱਲੇਗੀ ਤਾਂ ਕਿਸੇ ਨੂੰ ਜਨਮ ਲੈਣ ਤੋਂ ਪਹਿਲਾਂ ਕੱਟ ਵੱਢ ਕੇ ਸੁੱਟ ਦੇਣ ਤੋਂ ਜ਼ਿਆਦਾ ਦਰਦਨਾਕ, ਵਹਿਸ਼ੀਆਨਾ ਅਤੇ ਸ਼ਰਮਨਾਕ ਗੁਨਾਹ ਕੋਈ ਹੋਰ ਨਹੀਂ ਗਿਣਿਆ ਜਾ ਸਕੇਗਾ।
ਸੋ ਇੱਥੇ ਸਾਡਾ ਇਹ ਲੇਖ ਸਮਾਪਤ ਹੋ ਜਾਂਦਾ ਹੈ। ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ, ਤੁਹਾਡੇ ਲਈ ਲਾਹੇਵੰਦ ਸਾਬਤ ਹੋਵੇਗੀ। ਵੀਡੀਓ ਨੂੰ ਆਪਣੇ ਵਿਦਿਆਰਥੀ ਸਾਥੀਆਂ ਵਿੱਚ ਜ਼ਰੂਰ ਸਾਂਝਾ ਕਰਿਓ। ਧੰਨਵਾਦ।